ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਉਸ ਦੀ ਸਥਾਪਨਾ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰਨ ਵਾਲੇ ਸਰਦਾਰ ਤੇਜਾ ਸਿੰਘ ਸਮੁੰਦਰੀ, ਉਹਨਾਂ ਦੇ ਪਰਿਵਾਰਾਂ ਚੋਂ ਸਾਡੇ ਨਾਲ ਅੱਜ ਸਰਦਾਰ ਤਰਨਜੀਤ ਸਿੰਘ ਸੰਧੂ ਜੋ ਕਿ US ਵਿੱਚ ਇੰਡੀਅਨ ਐਂਬੈਸਡਰ ਹੈਗੇ ਆ, ਉਹ ਅੱਜ ਸਾਡੇ ਨਾਲ ਗੱਲਬਾਤ ਲਈ ਜੁੜੇ ਆ। ਅਸੀਂ ਉਹਨਾਂ ਨਾਲ ਕੁਝ ਜੋ ਸਾਡੇ ਸਿੱਖ ਮਸਲੇ ਜਾਂ ਕੁਝ ਜੋ ਯੂਥ ਦੇ ਰਿਲੇਟਡ ਜਿਹੜੇ ਸਾਡੇ ਮਸਲੇ ਗਏ ਉਹਨਾਂ ਬਾਰੇ ਉਹਨਾਂ ਦੀ ਜਿਹੜੀ ਹੈਗੀ ਹੈ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸਰ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਇਤਿਹਾਸਿਕ ਪਰਿਵਾਰ ਨਾਲ ਜੁੜੇ ਹੋ। ਅੱਜ ਤੇਜਾ ਸਿੰਘ ਸਮੁੰਦਰੀ ਜੀ ਦੀ ਯਾਦਗਾਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਟਰ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਥਿਤ ਹੈਗਾ। ਤੁਸੀਂ ਇਹਦੇ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? बिल्कुल एक प्राइड और इंस्पिरेशन और ਤੁਹਾਨੂੰ ਹਿਸਟਰੀ ਦਾ ਪਤਾ ਹੈ ਇਹ ਕਿਸ ਤਰ੍ਹਾਂ SGPC ਫਾਰਮ ਹੋਈ। ਗੁਰਦੁਆਰਾ ਰਿਫਾਰਮ ਮੂਵਮੈਂਟ ਇੱਕ ਬੜੀ ਇਤਿਹਾਸਿਕ ਰਿਫਾਰਮ ਮੂਵਮੈਂਟ ਸੀਗੀ ਜੀ। ਉਹ ਬੜੇ ਚੈਲੰਜਿੰਗ ਟਾਈਮਸ 'ਚ ਉਦੋਂ ਲੀਡ ਹੋਈ। ਸਾਹ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਲੀਡਰ ਸੀਗੇ ਉਸ ਟਾਈਮ ਦੇ। ਉਸ ਮੂਵਮੈਂਟ ਦੇ ਕਾਰਨ SGPC ਐਕਟ ਬਣਿਆ ਜੀ। ਔਰ ਅਗਰ ਤੁਸੀਂ ਹਿਸਟੋਰੀਕਲੀ ਪੜ੍ਹੋ ਤੇ ਉਹ SGPC ਐਕਟ ਜਿਹੜਾ ਸੀਗਾ ਉਹ ਬੜਾ ਰੈਵੋਲੂਸ਼ਨਰੀ ਸੀਗਾ ਜੀ। ਇਨਫੈਕਟ ਪਹਿਲੀ ਵਾਰੀ ਦੁਨੀਆ 'ਚ ਔਮਨ ਨੂੰ ਇੱਕ ਡੈਮੋਕ੍ਰੈਟਿਕ ਰਾਈਟ ਮਿਲਿਆ ਸੀ, ਉਹ SGPC ਐਕਟ 'ਚ ਮਿਲਿਆ ਸੀ। ਵੋਟਿੰਗ ਰਾਈਟਸ ਜਿਹੜਾ ਵੋਟਿੰਗ ਰਾਈਟ ਜਿਹੜਾ ਮਿਲਿਆ ਸੀ ਔਰ ਉਹ ਵੋਟਿੰਗ ਰਾਈਟ ਇਨਫੈਕਟ ਈਵਨ ਬਿਫੋਰ ਯੂਨਾਈਟਿਡ ਕਿੰਗਡਮ 'ਚ ਵਿਮਨ ਨੂੰ ਵੋਟਿੰਗ ਰਾਈਟ ਮਿਲਿਆ, ਇੱਥੇ ਪਹਿਲਾਂ ਮਿਲ ਗਿਆ ਸੀ। 2 UK ਪਾਰਲੀਮੈਂਟ ਨੇ ਪਾਸ ਕੀਤਾ ਸੀਗਾ ਜੀ ਜਿਹੜਾ SGPC ਦਾ ਐਕਟ ਸੀਗਾ। ਸੋ ਉਹੋ ਜੀ ਰੈਵੋਲੂਸ਼ਨਰੀ ਫਾਈਟ ਉਹਨਾਂ ਨੇ ਕੀਤੀ ਔਰ ਅਚੀਵ ਕੀਤਾ। ਤੁਹਾਨੂੰ ਪਤਾ 1926 ਚ ਲਾਹੌਰ ਜੇਲ੍ਹ 'ਚ ਉਹਨਾਂ ਦੀ ਸ਼ਹਾਦਤ ਹੋਈ ਹੈ ਔਰ ਉਹਦੇ ਬਾਰੇ ਇੱਕ ਕਿਤਾਬ ਹੈਗੀ ਆ ਸਿੱਖ ਰਿਫਾਰਮ ਮੂਵਮੈਂਟ ਦੀ, ਰੁਚੀ ਰਾਮ ਸਾਨੀ ਦੀ ਪ੍ਰੋਫੈਸਰ, ਉਹਦੇ 'ਚ ਬੜੀਆਂ ਇੰਟਰਸਟਿੰਗ ਡਿਟੇਲਸ ਨੇ। ਔਰ ਦਰਬਾਰ ਸਾਹਿਬ ਦਾ, ਹਰਿਮੰਦਰ ਸਾਹਿਬ ਦਾ ਇੱਕ ਬੜਾ ਇੰਪੋਰਟੈਂਟ ਇੰਸਪੀਰੇਸ਼ਨਲ ਰੋਲ ਰਿਹਾ ਹੈ ਜੀ। ਉਹ ਸਾਰੀ ਮੂਵਮੈਂਟ ਜਿਹੜੀ ਸੀ ਉਹ ਇੱਥੋਂ ਚੱਲਦੀ ਸੀ। ਮੇਰੇ ਪਰਿਵਾਰ ਦਾ ਦਰਬਾਰ ਸਾਹਿਬ ਨਾਲ ਬਹੁਤ ਇਤਿਹਾਸਿਕ ਰਿਲੇਸ਼ਨਸ਼ਿਪ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਵੀ ਇੱਥੇ ਹੀ ਰਹਿੰਦੇ ਹੁੰਦੇ ਸੀ। ਉੱਦਾਂ ਦੀ ਜਿਸ ਤਰ੍ਹਾਂ ਸਰ ਯਾਦਗਾਰ ਸਿੱਖ ਸੰਸਥਾ ਨੇ ਅੱਜ ਸੰਭਾਲੀ ਹੋਈ ਹੈ, ਉਹ ਤੁਹਾਨੂੰ ਕਿਵੇਂ ਫੀਲ ਹੁੰਦਾ ਕਿ ਉਹਦੇ ਬਾਰੇ ਤੁਸੀਂ ਕੀ ਕਹੋਗੇ? ਸੋ ਮੈਂ ਮੇਨਲੀ ਇਹੋ ਹੀ ਕਹਾਂਗਾ ਕਿ ਜਿਹੜੀ SGPC ਹਿਸਟੋਰੀਕਲੀ ਸੀਗੀ ਇੱਕ ਬੜੀ ਪ੍ਰੋਗਰੈਸਿਵ ਫੋਰਸ ਸੀਗੀ ਜੀ। ਔਰ ਉਦੋਂ ਵੀ ਉਹਨਾਂ ਨੇ ਬਹੁਤ ਐਜੂਕੇਸ਼ਨ ਔਰ ਫਿਊਚਰ ਕਮਿਊਨਿਟੀ 'ਤੇ ਇਨਵੈਸਟ ਕੀਤਾ ਸੀਗਾ। ਠੀਕ ਹੈ ਜੀ। ਔਰ ਅੱਜ ਵੀ SGPC ਨੂੰ ਉਹ ਵਾਲਾ ਜਿਹੜਾ ਪੱਖ ਹੈਗਾ ਹੈ ਉਹ ਬਿਲਕੁਲ ਫੋਕਸ 'ਚ ਰੱਖਣਾ ਚਾਹੀਦਾ ਹੈ। ਠੀਕ ਹੈ ਜੀ। ਔਰ ਅੱਜ ਕੱਲ੍ਹ ਦੇ ਯੂਥ ਨੂੰ ਉਹਦੀ ਹੋਰ ਵੀ ਜ਼ਿਆਦਾ ਜ਼ਰੂਰਤ। ਸਰ ਤੁਸੀਂ ਬੀਇੰਗ ਅ ਸਿੱਖ ਜਿਹੜਾ ਹੈਗਾ, ਅਸੀਂ ਕਾਫੀ ਪ੍ਰਾਈਡ ਫੀਲ ਕਰਦੇ ਹਾਂ ਕਿ ਅੱਜ ਇੱਕ ਸਿੱਖ ਐਂਬੈਸਡਰ ਜਿਹੜੇ ਹੈਗੇ ਆ ਉਹ ਵਰਲਡ ਦੇ ਟੌਪ ਮੋਸਟ ਜਿਹੜਾ ਨੇਸ਼ਨ ਹੈਗਾ USA, ਉਹਦੇ ਇੱਕ ਐਂਬੈਸਡਰ ਵਜੋਂ ਸੇਵਾ ਕਰ ਰਹੇ ਆ ਅਤੇ ਇਸ ਚੀਜ਼ ਦਾ ਸਿੱਖਾਂ ਨੂੰ ਮਾਣ ਬਹੁਤ ਮਹਿਸੂਸ ਹੁੰਦਾ। ਅਤੇ ਹਾਊ ਡੂ ਯੂ ਫੀਲ ਕਿ ਜਿਹੜਾ ਸਿੱਖਾਂ ਦਾ ਅਤੇ ਉੱਥੋਂ ਦੇ US ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਦਾ ਆਪਸੀ ਕਨੈਕਟ ਕਿਸ ਤਰ੍ਹਾਂ ਦਾ ਹੈਗਾ? ਕਿਉਂਕਿ ਸਿੰਸ ਟੂਡੇ ਦ ਸਿੱਖਸ ਆਰ ਸੈਟਲਡ ਆਲ ਅਕਰੋਸ ਦਾ ਵਰਲਡ। ਆਪਣਾ ਪੰਜਾਬੀ ਤੇ ਸਿੱਖ ਜੀ USA 'ਚ ਬਾਕੀ ਏਰੀਆਜ਼ 'ਚ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਔਰ ਪਲੇ ਕਰ ਰਹੇ ਨੇ। ਇੱਕ ਬਹੁਤ ਵੱਡਾ ਚੈਲੰਜ ਹੈਗਾ ਔਰ ਉਹਦੇ 'ਤੇ ਜਿੰਨੀ ਸਕਸੈਸ ਹੋਏਗੀ ਉਤਨਾ ਹੀ ਕਮਿਊਨਿਟੀ ਦੇ ਬਾਰੇ ਪਤਾ ਲੱਗਦਾ। ਤੁਸੀਂ ਮੈਂਸ਼ਨ ਕੀਤਾ ਮੇਰੇ ਬਾਰੇ, ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਜਿਹਦੇ 'ਚ ਪ੍ਰੈਜ਼ੀਡੈਂਟ ਬਾਈਡਨ ਨੇ ਮੇਰੀ ਪੱਗ ਦੇਖ ਕੇ ਉਹਨਾਂ ਨੇ ਕੁਝ ਬਹੁਤ ਕੰਪਲੀਮੈਂਟਰੀ ਚੀਜ਼ਾਂ ਕਹੀਆਂ ਸੀ। ਓਕੇ। ਸੋ ਇਸ ਤਰ੍ਹਾਂ ਜਿੰਨੇ ਸਾਡੇ ਬੱਚੇ ਪਬਲਿਕ ਸਰਵਿਸ 'ਚ ਜੀ ਦੂਸਰੀਆਂ ਕੰਟਰੀਜ਼ 'ਚ ਜਾਣਗੇ, ਮੈਂ ਇਹ ਬਾਰ-ਬਾਰ ਅਮਰੀਕਾ 'ਚ ਵੀ ਲੋਕਾਂ ਨੂੰ ਕਹਿਣਾ ਹੈ ਕਿ ਜਿਹੜੀ
ਆਈਡੈਂਟੀਟੀ ਦੀ ਪ੍ਰੋਬਲਮ ਹੈ ਜੀ ਉਹ ਜਿੰਨੀ ਪਬਲਿਕ ਸਰਵਿਸ 'ਚ ਜਾ ਕੇ ਵਿਜ਼ਿਬਿਲਿਟੀ ਹੁੰਦੀ ਹੈ ਉਨੀ ਉਹਦੇ ਨਾਲ ਉਹ ਸੋਲਵ ਨਹੀਂ। ਜਿਸ ਤਰ੍ਹਾਂ ਇੱਕ ਯੰਗ ਆਫੀਸਰ ਸੀਗਾ ਕੁਝ ਸਾਲ ਪਹਿਲਾਂ ਅਫਗਾਨਿਸਤਾਨ 'ਚ ਉਹਨੇ ਸਰਵ ਕੀਤਾ ਸੀ, ਉਹਦੇ ਬਾਰੇ ਨਿਊਯਾਰਕ ਟਾਈਮਸ ਨੇ ਉਹਦੀ ਫੋਟੋ ਲਗਾਈ, ਉਹਦੇ ਬਾਰੇ ਲਿਖਿਆ ਤੇ ਅਮਰੀਕਨਾਂ ਨੂੰ ਪਤਾ ਲੱਗਾ ਕਿ ਬਈ ਜਿਹੜੀ ਇਹ ਕਮਿਊਨਿਟੀ ਹੈ ਇਹ ਸਰਵਿਸ ਓਰੀਐਂਟਡ ਹੈ। ਰਾਈਟ। ਸੋ ਸਿਮਿਲਰਲੀ ਇੱਕ ਬੜੀ ਜ਼ਰੂਰੀ ਚੀਜ਼ ਹੈ ਅੱਜ ਉੱਥੋਂ ਦੀ ਜਿਹੜੀ ਕਮਿਊਨਿਟੀ ਹੈ ਉਹਨੂੰ ਆਪਣੀ ਕੰਟਰੀ ਨਾਲ, ਆਪਣੇ ਸਟੇਟ ਨਾਲ ਔਰ ਆਪਣੀਆਂ ਇੰਸਟੀਟਿਊਸ਼ਨਸ ਨਾਲ ਜੀ ਲਿੰਕ ਰਹਿਣਾ ਚਾਹੀਦਾ ਔਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਭੇਜਣਾ ਚਾਹੀਦਾ ਇੱਥੇ। ਐਂਡ ਜਿਹੜੀਆਂ ਸਟੋਰੀਜ਼ ਨੇ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਸਾਧ ਤੇਜਾ ਸਿੰਘ ਸਮੁੰਦਰੀ ਦੀ ਸਟੋਰੀ ਹੈਗੀ ਆ, 1926 'ਚ ਉਹ ਐਕਸਪਾਇਰ ਹੋਏ ਲਾਹੌਰ ਜੇਲ੍ਹ 'ਚ। ਉਹ ਜਿਹੜੀ ਸਿੱਖ ਰਿਫਾਰਮ ਮੂਵਮੈਂਟ ਦੇ ਬਾਰੇ ਕੋਈ ਰਿਸਰਚ ਹੋ ਕੇ ਔਰ ਅੱਛੀ ਬੁੱਕ ਪਬਲਿਸ਼ ਹੋਵੇ ਤਾਂ ਉਹਨੂੰ ਇੰਗਲਿਸ਼ 'ਚ ਪਬਲਿਸ਼ ਕਰੋ। ਇਹ SGPC ਕਰ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਬੜੀ ਪ੍ਰੋਗਰੈਸਿਵ ਐਕਟ ਸੀਗਾ ਉਦੋਂ ਦੇ ਬਾਰੇ ਔਰ ਲੋਕਾਂ ਨੂੰ ਇਹ ਪਤਾ ਹੋਏਗਾ ਤਾਂ ਹੋਰ ਕੌਨਸ਼ੀਅਸਨੈਸ ਹੋਏਗੀ। ਕਾਫੀ ਲਿਟਰੇਚਰ SGPC ਆਲਰੇਡੀ ਪਬਲਿਸ਼ ਕਰਦੀ ਹੈ ਤੇ ਵੀ ਆਰ ਆਲਸੋ ਐਕਸਪਲੋਰਿੰਗ ਕਿ ਮਲਟੀਪਲ ਲੈਂਗੁਏਜਸ 'ਚ ਅਸੀਂ ਉਹਨੂੰ ਕਰੀਏ ਸੋ ਦੈਟ ਸਾਡਾ ਮੈਸੇਜ ਜਿਹੜਾ ਹੈਗਾ ਉਹ ਜ਼ਿਆਦਾ ਤੋਂ ਜ਼ਿਆਦਾ ਕਨਵੇ ਹੋਵੇ। ਸਰ ਜਿਸ ਤਰ੍ਹਾਂ ਤੁਸੀਂ ਚੈਲੰਜਸ ਦੀ ਗੱਲ ਕੀਤੀ ਹੈ, ਮਤਲਬ ਕਿਸ ਤਰ੍ਹਾਂ ਦੇ ਚੈਲੰਜਸ ਮੇਨਲੀ ਜਿਹੜੇ ਹੈਗੇ ਆ US 'ਚ ਕਮਿਊਨਿਟੀ ਨੂੰ ਫੇਸ ਕਰਨੇ ਪੈਂਦੇ ਆ? ਸਿੰਸ ਯੂ ਬੀਇੰਗ ਐਨ ਐਂਬੈਸਡਰ ਤੁਹਾਡੇ ਕੋਲ ਕਾਫੀ ਤਰ੍ਹਾਂ ਦੇ ਰਿਪਰੈਜ਼ੈਂਟੇਸ਼ਨਸ ਜਾਂ ਹੋਰ ਵੀ ਕੇਸਿਸ ਆਉਂਦੇ ਹੋਣਗੇ ਤੇ ਤੁਸੀਂ ਬਰੀਫਲੀ ਸਾਨੂੰ ਥੋੜਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਆ? ਦੇਖੋ 4 ਮਿਲੀਅਨ ਇੰਡੀਅਨ ਡਾਇਸਪੋਰਾ ਹੈਗਾ USA 'ਚ ਰਾਈਟ ਸਰ। ਔਰ ਅੱਜ ਕੋਈ ਵੀ ਕੰਪਨੀਜ਼ ਤੁਸੀਂ ਪਿਕ ਕਰ ਲਓ ਉਹਦੇ CEOs ਟੌਪ ਕੰਪਨੀਜ਼ ਦੇ ਇੰਡੀਅਨ ਓਰੀਜਨ ਦੇ ਨੇ। ਓਕੇ। ਸੋ ਸਭ ਤੋਂ ਵੱਡਾ ਚੈਲੰਜ ਇਹ ਹੈਗਾ ਕਿ ਜਿਹੜੀ ਕਮਿਊਨਿਟੀ ਹੈ ਔਰ ਜਿਹੜੇ ਪੰਜਾਬੀ ਨੇ ਉਹਨਾਂ ਦੀ ਐਜੂਕੇਸ਼ਨ ਇਸ ਤਰ੍ਹਾਂ ਦੀ ਹੋਵੇ ਔਰ ਅਪਰੋਪਰੀਏਟ ਹੋਵੇ ਕਿ ਉਹਨਾਂ ਚੋਂ ਹੀ ਅੱਗੇ CEOs ਔਰ ਡਿਫਰੈਂਟ ਏਰੀਆਜ਼ 'ਚ ਪਾਉਣ ਸੋ ਦੈਟ ਹੋਰ ਔਰ ਹੋਰ ਸਕਸੈਸਫੁਲ ਹੋਵੇ। ਮੈਂ ਇਹ ਕਹਾਂਗਾ ਕਿ ਜਿਸ ਤਰ੍ਹਾਂ ਤੁਹਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਇੱਥੇ, ਉੱਥੇ ਤੁਸੀਂ ਇਹ ਨਾ ਮੈਨੂੰ ਦੱਸੋ ਕਿ ਇੰਨੇ ਟੌਪ ਦੇ 100 ਬੱਚੇ ਇੱਥੇ ਚਲੇ ਗਏ। ਮੈਂ ਉਲਟਾ ਕਹਾਂਗਾ ਤੁਸੀਂ ਇਹ ਮੈਨੂੰ ਦੱਸੋ ਕਿ ਥੱਲੇ ਦੇ 100 ਬੱਚੇ ਕਿੱਥੇ ਗਏ ਨੇ। ਤੁਹਾਡਾ ਏਮ ਇਹ ਹੋਣਾ ਚਾਹੀਦਾ ਕਿ ਜਿਹੜੇ ਥੱਲੇ ਦੇ 100 ਬੱਚੇ ਨੇ ਉਹ ਟੌਪ ਪੋਜੀਸ਼ਨਸ 'ਚ ਜਾਣਗੇ ਤੇ ਫਿਰ ਪ੍ਰੋਗਰੈਸ ਹੋਏਗੀ। ਤੇ ਇੱਕ ਵਾਰੀ ਸਕਿੱਲਸ ਲੋਕਾਂ 'ਚ ਆ ਗਈਆਂ ਤੇ ਬਾਕੀ ਕਈ ਸੋਲਿਊਸ਼ਨਸ ਆ ਜਾਣਗੇ। ਸਰ ਤੁਸੀਂ ਜਿਸ ਤਰ੍ਹਾਂ ਮੀਡੀਆ ਨਾਲ ਗੱਲ ਕਰ ਰਹੇ ਸੀ ਉਦੋਂ ਤੁਸੀਂ ਟੈਕਨੋਲੋਜੀ ਸੈਕਟਰ, ਐਜੂਕੇਸ਼ਨ ਸੈਕਟਰ, ਸਿਮਿਲਰਲੀ ਸਾਇੰਸ ਸੈਕਟਰ ਦੀ ਗੱਲ ਕੀਤੀ ਹੈ। ਉਹਦੇ ਬਾਰੇ ਸਾਨੂੰ ਕੁਝ ਦੱਸੋ ਕਿ ਅੱਜ ਇੰਡੀਅਨ ਡਾਇਸਪੋਰਾ ਜਾਂ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ USA 'ਚ ਸੈਟਲਡ ਹੈਗੇ ਆ ਵਿਚ ਆਰ ਫੰਕਸ਼ਨਿੰਗ ਦੇਅਰ, ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਹੈਗਾ? ਤੁਸੀਂ ਦੱਸਿਆ ਆਲਰੇਡੀ ਕਿ CEO ਟਾਈਪ ਦੇ ਆ ਹੋਰ ਵੱਡੀ ਪੋਸਟਾਂ ਦੇ ਸਾਡੇ ਇੰਡੀਅਨ ਰੀਜਨ ਦੇ ਲੋਕ ਹੈਗੇ ਆ, ਬਟ ਹਾਊ ਦੇ ਆਰ ਡੂਇੰਗ ਨਾਓ? ਮਤਲਬ ਵਟ ਇਜ਼ ਦੇਅਰ ਪ੍ਰੋਗਰੈਸ ਐਟ ਦਿਸ ਮੋਮੈਂਟ ਕਿ ਹੋਰ ਕਮਿਊਨਿਟੀ ਕਿਉਂਕਿ ਕਈ ਚੈਲੰਜਸ ਹੈਗੇ ਆ। ਦੇਖੋ ਅੱਜ ਜਿਹੜਾ US ਦਾ ਸਟਾਕ ਐਕਸਚੇਂਜ ਹੈਗਾ, ਮਤਲਬ ਕਿਸੇ ਕੰਪਨੀ ਦਾ ਸ਼ੇਅਰ ਅਗਰ ਇੱਕ ਇੰਡੀਅਨ ਓਰੀਜਨ ਦਾ ਮੈਂਬਰ ਉਹਦੇ ਬੋਰਡ 'ਚ ਹੈਗਾ ਹੈ, ਉਹ ਸ਼ੇਅਰ ਦੀ ਵੈਲਿਊ ਉੱਤੇ ਚਲੀ ਜਾਂਦੀ ਹੈ। ਤੁਸੀਂ ਉਹਨਾਂ ਹਿਸਾਬ ਲਗਾ ਲਓ ਕਿ ਕਿੰਨੀ ਪ੍ਰੋਗਰੈਸ ਕੀਤੀ ਹੈ। ਲੇਕਿਨ ਇਹ ਜਿਹੜੀ ਪ੍ਰੋਗਰੈਸ ਹੋਈ ਹੈ ਇਹ ਕੰਬੀਨੇਸ਼ਨ ਹੈ, ਬੇਸ ਇੱਥੇ ਬਣਦੀ ਹੈ, ਕਟਿੰਗ ਐਜ ਉੱਥੇ ਮਿਲਦੀ ਹੈ। ਫਿਊਚਰ 'ਚ ਐਫਰਟ ਇਹ ਹੋਣੀ ਚਾਹੀਦੀ ਕਿ ਕਟਿੰਗ ਐਜ ਵੀ ਇੱਥੇ ਮਿਲ ਜਾਵੇ। ਇਸ ਕਰਕੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ, ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ, ਅੱਜ ਟੈਕਨੋਲੋਜੀ ਫਿਊਚਰਿਸਟਿਕ ਹੈ। ਟੈਕਨੋਲੋਜੀ 'ਚ IT, ਡਿਜੀਟਲ, ਸਟਾਰਟਅਪ, ਤੁਸੀਂ ਕੋਵਿਡ 'ਚ ਦੇਖਿਆ ਕਿ ਆਲਮੋਸਟ ਸਾਰਾ ਵਰਲਡ ਡਿਜੀਟਲ ਚਲਾ ਗਿਆ ਸੀਗਾ। ਅਸੀਂ ਡਿਜੀਟਲੀ ਕੰਮ ਕਰਦੇ, ਹਾਲੇ ਤੱਕ ਕਈ ਕੰਪਨੀਜ਼ ਹੁਣ ਡਿਜੀਟਲੀ 2 ਦਿਨ ਡਿਜੀਟਲੀ ਕਰਦੇ, 2 ਦਿਨ ਦੂਸਰਾ ਕਰਦੇ ਨੇ। ਇਟ ਹੈਜ਼ ਪ੍ਰੋਗਰੈਸਡ ਤੇ ਕਈ ਹੋਰ ਏਰੀਆਜ਼ ਨੇ 5G, 6G, ਇੰਟਰਨੈਟ ਆਫ ਥਿੰਗਸ, ਕੁਆਂਟਮ ਕੰਪਿਊਟਿੰਗ, AI, ਇਹ ਸਾਰਿਆਂ 'ਚ
ਇੰਡੀਅਨ ਓਰੀਜਨ ਵਾਲੇ ਪ੍ਰੋਗਰੈਸ ਕਰ ਰਹੇ ਨੇ ਔਰ ਸਾਨੂੰ ਇਹ ਇਨਸ਼ੋਰ ਕਰਨਾ ਹੈ ਕਿ ਪੰਜਾਬੀ ਸਿੱਖ ਭਾਈਚਾਰਾ ਵੀ ਉਹ ਉਸ ਵਿੱਚ ਪ੍ਰੋਗਰੈਸ ਕਰੇ। ਸਰ ਜਿਸ ਤੁਸੀਂ ਇੰਡੀਆ ਦਾ ਜਿਹੜਾ ਮਿਸ਼ਨ ਆਫਿਸ ਉੱਥੇ ਸਾਰਾ ਉਹਨੂੰ ਲੀਡ ਕਰ ਰਹੇ ਹੋ, ਇੰਡੀਆ ਗਵਰਨਮੈਂਟ ਦਾ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਖਾਸ ਕਰ ਮੈਂ ਸਿੱਖਾਂ ਦੀ ਗੱਲ ਕਰਾਂਗਾ, ਜਦੋਂ ਸਿੱਖਾਂ ਦੇ ਕੋਈ ਮਸਲੇ ਹੁੰਦੇ ਨੇ ਤੇ SGPC ਬੀਇੰਗ ਦਾ ਰਿਪਰੈਜ਼ੈਂਟੇਟਿਵ ਬਾਡੀ ਇਨ ਇੰਡੀਆ, ਉਹ ਕਈ ਵਾਰ ਇੱਦਾਂ ਦੇ ਮੈਟਰਸ ਨਾਲ ਟੇਕ ਅਪ ਕਰਦੀ ਹੈ ਥਰੂ ਮਿਨਿਸਟਰੀ ਆਫ ਫੋਰਨ ਅਫੇਅਰਸ ਐਂਡ ਆਲਸੋ ਡਾਇਰੈਕਟਲੀ। ਤੇ ਹਾਊ ਡਜ਼ ਦਾ ਇੰਡੀਅਨ ਐਮਬੈਸੀ ਪਲੇ ਦੇਅਰ ਰੋਲ ਟੂ ਰਿਜ਼ੋਲਵ ਦੋਸ ਇਸ਼ੂਜ਼, ਤੇ ਉਹ ਕਿਸ ਤਰ੍ਹਾਂ ਦੇ ਮਤਲਬ ਹਾਊ ਸੀਰੀਅਸ ਯੂ ਪੀਪਲ ਟੇਕ ਦੋਸ ਇਸ਼ੂਜ਼ ਓਵਰ ਦੇਅਰ? ਇਸ ਤਰ੍ਹਾਂ ਹੈ ਕਿ ਜਿਹੜੇ ਵੀ ਇਸ਼ੂਜ਼ ਜਦੋਂ ਵੀ ਆਉਂਦੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਸੀਰੀਅਸਲੀ ਟੇਕ ਅਪ ਕਰਦੇ ਹਾਂ ਜੀ। ਔਰ ਚੈਲੰਜਸ ਸਾਰੀ ਸੁਸਾਇਟੀਜ਼ 'ਚ ਹੈਗੇ ਨੇ, ਅਮਰੀਕਨ ਸੁਸਾਇਟੀਜ਼ 'ਚ ਵੀ ਹੈਗੇ ਨੇ। ਤੁਸੀਂ ਰੇਸ ਰਿਲੇਸ਼ਨਸ਼ਿਪ ਦੇਖਦੇ ਹੋ, ਤੁਸੀਂ ਵਾਇਲੈਂਸ ਅਗੇਂਸਟ ਡਿਫਰੈਂਟ ਕਮਿਊਨਿਟੀਜ਼ ਦੇਖਦੇ ਹੋ, ਲੇਕਿਨ ਕੌਨਸ਼ੀਅਸਨੈਸ ਕਿਸੇ ਕਮਿਊਨਿਟੀ ਬਾਰੇ ਬੈਸਟ ਤੇ ਉਦੋਂ ਹੀ ਆਏਗੀ ਜਦੋਂ ਉਹਦੇ ਜੋ ਸਕਸੈਸਿਸ ਨੇ, ਜੋ ਕੰਟਰੀਬਿਊਸ਼ਨ ਕਰਦੀ ਹੈ ਸੁਸਾਇਟੀ ਨਾਲ, ਉਹਦੇ ਬਾਰੇ ਉਹ ਸ਼ੇਅਰ ਕਰਦੇ ਨੇ ਕਿ ਇਹ ਕਮਿਊਨਿਟੀ ਕੀ ਹੈਗੀ ਹੈ ਔਰ ਇਹ ਕਮਿਊਨਿਟੀ ਦਾ ਕੀ ਰੋਲ ਹੁੰਦਾ ਹੈ ਜੀ। ਸੋ ਉਹ ਜਿਹੜੀ ਉਹ ਲੈਕ ਆਫ ਅਵੇਅਰਨੈਸ ਦੇ ਨਾਲ ਹੁੰਦਾ ਔਰ ਉਹ ਅਵੇਅਰਨੈਸ ਸਕਸੈਸ ਨਾਲ ਆਉਂਦੀ ਹੈ। ਤੇ ਐਜ਼ ਫਾਰ ਐਜ਼ ਆਈ ਵੁੱਡ ਸੇ ਕਿ SGPC ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ। ਤੁਸੀਂ ਪਾਸਟ 'ਚ ਦੇਖੋ ਜਿਹੜੇ ਕਈ ਟੌਪ ਦੇ ਲੋਕ ਜਿਨ੍ਹਾਂ ਨੂੰ ਸਕਾਲਰਸ਼ਿਪ SGPC ਨੇ ਦਿੱਤਾ ਔਰ ਬਾਹਰ ਟੌਪ ਦੀ ਪੜ੍ਹਾਈ ਕਰਨ ਭੇਜਿਆ। ਸੋ ਇਹ ਕੌਨਸ਼ੀਅਸਨੈਸ 'ਚ ਵੀ ਰੋਲ ਪਲੇ ਕਰ ਸਕਦੇ ਹੋ ਬਾਏ ਇਨਸ਼ੋਰਿੰਗ ਕਿ ਜਿਹੜਾ ਇੱਥੋਂ ਦਾ ਯੂਥ ਹੈਗਾ ਹੈ, ਉਹ ਟੈਲੈਂਟ ਜਿਹੜਾ ਹੈਗਾ ਹੈ, ਉਹਨਾਂ ਨੂੰ ਕੌਨਸ਼ੀਅਸਨੈਸ ਪਲੱਸ ਜੀ ਕਿ ਜਿਹੜੀ ਬਾਣੀ ਤੋਂ ਸਟਰੈਂਥ ਆਉਂਦੀ ਹੈ। ਹਾਂਜੀ। ਦੇਖੋ ਕੋਵਿਡ 'ਚ ਸਭ ਤੋਂ ਵੱਡਾ ਚੈਲੰਜ ਹੋਇਆ ਸੀਗਾ ਆਈਸੋਲੇਸ਼ਨ ਦਾ, ਰਾਈਟ। ਔਰ ਬਾਣੀ 'ਚ ਬਹੁਤ ਪੋਜ਼ਿਟਿਵਿਟੀ ਹੈਗੀ ਹੈ, ਕਿੰਨੇ ਲੋਕਾਂ ਦਾ ਗਿਆਨ ਹੈਗਾ, ਉਹਦੀ ਜਿਹੜੀ ਵਿਆਖਿਆ ਹੈ ਔਰ ਉਹ ਵਿਆਖਿਆ ਜਿਹੜੀ ਆਮ ਬੰਦੇ ਨੂੰ ਸਮਝ ਲੱਗ ਜਾਵੇ, ਉਹਦੇ 'ਚ ਫੋਕਸ ਕਰ ਸਕਦੇ ਹੋ ਔਰ ਹੈਲਪ ਕਰ ਸਕਦੇ ਹੋ। ਠੀਕ ਹੈ ਸਰ। ਸੋ ਇਹ ਸਨ ਸਰਦਾਰ ਤਰਨਜੀਤ ਸਿੰਘ ਸੰਧੂ, ਜਿਨ੍ਹਾਂ ਨੇ ਸਾਡੇ ਨਾਲ ਸਿੱਖ ਮਸਲਿਆਂ ਬਾਰੇ ਜੋ ਹੈ US 'ਚ ਜੋ ਸਾਡੇ ਸਿੱਖ ਮਸਲੇ ਹੈਗੇ ਆ ਹੋਰ ਆਪਣੀਆਂ ਜੋ ਗੱਲਬਾਤ ਸਾਡੇ ਨਾਲ ਰੱਖੀ ਹੈ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਵਾਰਤਾ ਜ਼ਰੂਰ ਪਸੰਦ ਆਈ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।